ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਮਨ ਪੁਰਖ ਧਿਆਏ ਬਰ ਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੈ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ रोम रोम कोट ब्रह्मांड को निवास जास मानस अवतार धार दर्श दिखाए हैं जाके ओंकार के आकार है नाना प्रकार ਸਿਰੇ ਮੁਖ ਸ਼ਬਦ ਗੁਰ ਸਿੱਖਣ ਸੁਣਾਏ ਹੈ ਜਗ ਭੋਗ ਨਈ ਵੇਦ ਜਗਤ ਭਗਤ ਜਾਹੇ ਆਸਨ ਬਸਨ ਗੁਰ ਸਿੱਖਣ ਲੜਾਏ ਹੈ ਨਿਗਮ ਸਿਖਾਦਿਕ ਕਥਿਤ ਨੇਤ ਨੇਤ ਕਰ पूरन ब्रह्म गुर सिखन लखाए हैं दसों पातशाह की आत्मिक स्वरूप जागदी जोत जहारा जहूर सर्व कला भरपूर खंडा और ब्रह्मंडा दी मालक ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਉਹਨਾਂ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਕੀ ਵਡਿਆਈ ਹੋਈ ਸਾਧ ਸੰਗਤ ਜੀ ਅੱਜ ਸਾਰੇ ਸੰਸਾਰ ਭਰ ਦੇ ਅੰਦਰ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦਾ ਹੈ अपनी अपनी समर्था के मुताबिक दीन दुनी दे मालक धन श्री गुरु नानक देव महाराज सच्चे पातशाह जी दे महान गुरपुरब नूं मना रहा है। सतगुरु श्री गुरु नानक देव महाराज सच्चे पातशाह जी जो सारे संसार के सांझे रहबर ने दीन दुनी दे सहाई ने वैसे आम तौर ते जे वेख्या जावे तां गुरु पातशाह दी उस पवित्र शब्द दे मुताबिक जन्म मरण दुहो में नाही जन परोपकारी आए जी दान दे भगती लायन हर स्यों लैन मिलाए। गुरु नानक साहब महाराज सच्चे पातशाह जी हैन कि आपां सतगुरु महाराज सच्चे पातशाह दे कुछ पवित्र बाणी दे विचों दर्शन करिए। धन श्री गुरु नानक देव महाराज सच्चे पातशाह दे प्रति भाई नंद लाल जी बड़े सुंदर बचन करते ने। वो कहते ने गुरु नानक आमद नारायण स्वरूप कि गुरु नानक साहब महाराज सच्चे पातशाह जी उस निरंकार नारायण परमेश्वर जी का स्वरूप आप आया है। हमाना निरंजन निरंकार रूप वो निरंजन जो माया तो रहत
ਉਹ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਸੱਚੇ ਪਾਤਸ਼ਾਹ ਦਾ ਸਵਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਤੇ ਅੱਜ ਦੇ ਦਿਨ ਆਉਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਜਦੋਂ ਭੱਟ ਸਾਹਿਬਾਨ ਦੀ ਬਾਣੀ ਦੇ ਵਿੱਚੋਂ ਆਪਾਂ ਦਰਸ਼ਨ ਕਰਦੇ ਹਾਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੇ ਵਿੱਚ ਲਿਖਿਆ ਕਿ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਨਿਰੰਕਾਰ ਦਾ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਸੱਚੇ ਪਾਤਸ਼ਾਹ ਸਾਖ ਉਸ ਦਾ ਜੋ ਨਿਰਗੁਣ ਸਰੂਪ ਦਾ ਸਰਗੁਣ ਸਰੂਪ ਇਸ ਸੰਸਾਰ ਦੇ ਵਿੱਚ ਵਿਚਰਦਾ ਹੈ। ਨਿਰੰਕਾਰ ਸਰੂਪ ਸਾਕਾਰ ਰੂਪ ਦੇ ਵਿੱਚ ਇਸ ਸੰਸਾਰ ਦੇ ਵਿੱਚ ਵਿਚਰਦੇ ਵਾਸਤੇ ਆਉਂਦਾ ਹੈ, ਕਿਉਂਕਿ ਉਹ ਆਂਦੇ ਹੀ ਜਗਤ ਜਲੰਦੇ ਨੂੰ ਠਾਰਨ ਦੇ ਵਾਸਤੇ, ਸੜਦੀ ਬੜਦੀ ਲੁਕਾਈ ਨੂੰ ਠਾਰਨ ਦੇ ਵਾਸਤੇ ਗੁਰੂ ਨਾਨਕ ਸਾਹਿਬ ਪਰਮੇਸ਼ਵਰ ਸੱਚੇ ਪਾਤਸ਼ਾਹ ਆਪ ਇਸ ਸੰਸਾਰ ਦੇ ਅੰਦਰ ਆਉਣਾ ਪਿਆ। ਹੋਰ ਬੜੇ ਸੁੰਦਰ ਬਚਨ ਪਵਿੱਤਰ ਬਾਣੀ ਦੇ ਅੰਦਰ ਆਉਂਦੇ ਨੇ। ਭੱਟ ਸਾਹਿਬ ਫਰਮਾਨ ਕਰਦੇ ਨੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੋਤ ਸਰੂਪ, ਤਾਂ ਹੀ ਤੇ ਫਿਰ ਉਹੀ ਜੋਤ 오ਹਾ ਜੁਗਤ ਸਾਹਿਬ ਹੈ ਕਾਇਆ ਫੇਰ ਪਲਟੀਐ। ਉਹੀ ਜੋਤ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਾਲੀ ਜੋਤ ਜੋ ਦਸੇ ਪਾਤਸ਼ਾਹਾਂ ਦੇ ਵਿੱਚ ਅੱਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਉਹਨਾਂ ਦੀ ਆਤਮਿਕ ਜੋਤ ਹੈ। ਤਾਂ ਹੋਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪਵਿੱਤਰ ਬਾਣੀ ਆਪਾਂ ਪੜ੍ਹਦੇ ਹਾਂ ਵਿਚਾਰਦੇ ਹਾਂ ਤਾਂ ਲਿਖਦੇ ਨੇ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਪ੍ਰੇਮ ਭਗਤ ਲਿਵ ਲਾਏ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮੇਸ਼ਵਰ ਸਰੂਪ ਇਸ ਸੰਸਾਰ ਦੇ ਵਿੱਚ ਆਉਂਦੇ ਨੇ। ਭਾਈ ਨੰਦ ਲਾਲ ਜੀ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਦੋਂ ਨਾਂ ਲਿਖਦੇ ਆ ਅੱਖਰਾਂ ਦੇ ਅੰਦਰ ਤਾਂ ਦੋ ਨੰਨੇ, ਇੱਕ ਕੰਨਾ ਤੇ ਇੱਕ ਕੱਕਾ ਪੈਂਦਾ ਹੈ। ਫਾਰਸੀ ਦੇ ਅੰਦਰ ਨੰਨੇ ਨੂੰ ਨੂਣ ਕਹਿੰਦੇ ਨੇ ਤੇ ਇਸ ਦੇ ਜਦੋਂ ਉਹਨਾਂ ਨੇ ਤੋੜ ਕੇ ਅਰਥ ਕੀਤੇ ਤਾਂ ਪਹਿਲੇ ਨੂਣ ਦਾ ਅਰਥ ਕੀਤਾ ਉਹਨੇ ਨਿਯਮ, ਯਾਨੀ ਇਨਾਮ ਦੇਣ ਵਾਲਾ, ਨਿਆਮਤਾਂ ਦੇਣ ਵਾਲਾ, ਦਾਤਾਂ ਦੇਣ ਵਾਲਾ। ਤੇ ਜਿਹੜਾ ਕੰਨਾ ਹੈ ਉਸ ਨੂੰ ਫਾਰਸੀ ਦੇ ਅੰਦਰ ਆਲਿਫ ਕਹਿੰਦੇ ਨੇ। ਉਸ ਦਾ ਅਰਥ ਹੈ ਇੱਕ। ਕੌਣ ਹੈ ਇਨਾਮ ਦੇਣ ਵਾਲਾ, ਦਾਤਾਂ ਦੇਣ ਵਾਲਾ ਕੌਣ ਹੈ? ਉਹ ਇੱਕ ਹੀ ਹੈ, ਉਹ ਇੱਕ ਹੀ ਪਰਮੇਸ਼ਵਰ ਹੈ। ਦੂਜੇ ਨੂਣ ਦੇ ਅਰਥ ਕਰਦੇ ਨਸੀਰ, ਮਦਦਗਾਰ ਕਹਿਣ ਤੋਂ ਭਾਵ ਕਿ ਉਹ ਮਦਦਗਾਰ ਹੈ। ਤੇ ਕੱਕੇ ਦੇ ਜਿਹੜੇ ਉਸ ਨੂੰ ਕਹਿੰਦੇ ਨੇ ਕਾਫ, ਕਾਫ ਯਾਨੀ ਕਬੀਰ, ਕਬੀਰ ਹੈਗਾ ਕਹਿੰਦੇ ਵੱਡਾ, ਉਹ ਵੱਡਾ ਹੈ, ਉਹ ਨਿਆਮਤਾਂ ਦੇਣ ਵਾਲਾ ਹੈ, ਉਹ ਦਾਤਾਂ ਦੇਣ ਵਾਲਾ ਹੈ, ਇਨਾਮ ਦੇਣ ਵਾਲਾ ਹੈ, ਮਦਦਗਾਰ ਹੈ। ਕੌਣ ਹੈ? ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਉਸ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਥੋੜਾ ਜਿਹਾ ਆਪਾਂ ਇਤਿਹਾਸ ਦੇ ਵੱਲ ਥੋੜੀ ਜਿਹੀ ਜਦੋਂ ਝਾਤ ਮਾਰਦੇ ਹਾਂ ਤਾਂ ਅੰਮ੍ਰਿਤਸਰ ਦੇ ਲਾਗੇ ਇੱਕ ਪਿੰਡ ਹੈ ਪੱਠੇਵਿੰਡ। ਵੈਸੇ ਇਸ ਦਾ ਪਹਿਲਾ ਨਾਮ ਹੈ ਪੱਟੀਵਿੰਡ। ਤਾਂ ਉਸ ਪਿੰਡ ਦੇ ਅੰਦਰ ਬੇਦੀਆਂ ਦੀ ਕੁਲ ਦੇ ਅੰਦਰ ਇੱਕ ਬਜ਼ੁਰਗ ਰਹਿੰਦੇ ਨੇ, ਉਸ ਦਾ ਨਾਮ ਹੈ ਰਾਮ ਨਾਰਾਇਣ। ਉਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੁੰਦਾ, ਇੱਕ ਇੱਕ ਹੀ ਲੈ ਕੇ ਚੱਲਣਾ ਹੈ। ਉਸ ਦਾ ਨਾਮ ਹੈ ਸ਼ਿਵ ਰਾਮ। ਹੁਣ ਸ਼ਿਵ ਰਾਮ ਦੇ ਘਰ
ਦੋ ਪੁੱਤਰ ਹੁੰਦੇ ਨੇ, ਇੱਕ ਦਾ ਨਾਮ ਹੈ ਮਹਿਤਾ ਕਾਲੂ ਜੀ, ਦੂਜੇ ਨੇ ਲਾਲੂ ਜੀ। ਇੱਕ ਵਾਰੀ ਫੇਰ ਬੇਨਤੀ ਕਰ ਦੇਵਾਂ, ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪੜਦਾਦੇ ਦਾ ਨਾਮ ਰਾਮ ਨਰਾਇਣ, ਦਾਦਾ ਜੀ ਦਾ ਨਾਮ ਸਿਵ ਰਾਮ, ਦਾਦੀ ਜੀ ਦਾ ਨਾਮ ਬਨਾਰਸੀ ਜੀ ਅਤੇ ਮਹਿਤਾ ਕਾਲੂ ਪਿਤਾ ਜੀ। ਮਹਿਤਾ ਕਾਲੂ ਜੀ ਪੜ੍ਹਾਈ ਲਿਖਾਈ ਦੇ ਵਿੱਚ ਆਪਣਾ ਕੰਮ ਜਿਹੜਾ ਬੜਾ ਸੁੰਦਰ ਕਰਦੇ ਨੇ। ਤੋ ਇਹਨਾਂ ਦਾ ਜਿਹੜਾ ਬਾਅਦ ਜਿਹੜਾ ਪੈਂਦਾ ਹੈ ਉਹ ਰਾਏ ਬੁਲਾਰ ਦੇ ਨਾਲ ਪੈਂਦਾ ਹੈ। ਰਾਏ ਬੁਲਾਰ ਰਾਏ ਭੋਏ ਦਾ ਪੁੱਤਰ ਹੈ। ਉਸ ਪਿੰਡ ਦਾ ਪਹਿਲਾ ਨਾਮ ਹੈ ਰਾਏਪੁਰ। ਜਦੋਂ ਫਿਰ ਇਹਨਾਂ ਦੀ ਜਿਵੇਂ ਜ਼ਮੀਨ ਵੰਡੀ ਗਈ, ਕਿਉਂਕਿ ਇਸ ਦਾ ਫਿਰ ਨਾਮ ਇਹਨਾਂ ਨੇ ਰੱਖਿਆ ਰਾਏ ਭੋਏ ਦੀ ਤਲਵੰਡੀ। ਤਲਵੰਡੀ ਯਾਨੀ ਜ਼ਮੀਨ ਵੰਡੀ। ਜਿੱਥੇ ਵੀ ਪੰਜਾਬ ਦੇ ਅੰਦਰ ਤਲਵੰਡੀ ਦੇ ਨਾਮ ਤੇ ਨਾਂ ਤੇ ਪਿੰਡ ਆਉਂਦੇ ਨੇ, ਉੱਥੇ ਤਲਵੰਡੀ ਯਾਨੀ ਜ਼ਮੀਨ ਵੰਡੀ ਦੇ ਨਾਂ ਤੇ ਕਿਸੇ ਨਾ ਕਿਸੇ ਦੇ ਨਾਂ ਤੇ ਆਉਂਦੇ ਨੇ, ਜਿਵੇਂ ਸਾਬੋ ਕੀ ਤਲਵੰਡੀ ਇਤਰਾਦ। ਤੋ ਇਸ ਪਿੰਡ ਦੇ ਅੰਦਰ ਹੁਣ ਰਾਏ ਬੁਲਾਰ ਉਹ ਰਹਿੰਦਾ ਹੈ, ਰਾਏ ਭੋਏ ਦੀ ਤਲਵੰਡੀ ਦੇ ਅੰਦਰ। ਮਹਿਤਾ ਕਾਲੂ ਜੀ ਨੂੰ, ਜਿਨ੍ਹਾਂ ਨੂੰ ਸਤਿਕਾਰ ਦੇ ਨਾਲ ਆਪਾਂ ਬਾਬਾ ਕਲਿਆਣ ਦਾਸ ਜੀ ਕਹਿੰਦੇ ਆ, ਉਹਨਾਂ ਦਾ ਜਿਹੜਾ ਹੈ ਉਹ ਪਟਵਾਰੀ ਦਾ ਜ਼ਮੀਨ ਦਾ ਜਿਹੜਾ ਉਹ ਦੇਖਭਾਲ ਬੰਦੋਬਸਤ ਦਾ ਕੰਮ ਜੋ ਉਹ ਸਾਰਾ ਉਹ ਕੰਮ ਕਰਦੇ ਨੇ। ਮਹਿਤਾ ਕਾਲੂ ਜੀ ਦਾ ਵਿਆਹ ਮਾਤਾ ਤ੍ਰਿਪਤਾ ਜੀ ਦੇ ਨਾਲ ਹੁੰਦਾ ਹੈ। ਚਾਹਲ ਪਿੰਡ ਹੈ, ਉਹ ਵੀ ਪਾਕਿਸਤਾਨ ਦੇ ਵਿੱਚ ਅੱਜ ਕੱਲ੍ਹ ਜੋ ਹੈ। ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ 1464 ਈਸਵੀ ਨੂੰ ਇੱਕ ਬੱਚੀ ਦਾ ਜਨਮ ਹੁੰਦਾ ਹੈ, ਜਿਸ ਨੂੰ ਸਤਿਕਾਰ ਦੇ ਨਾਲ ਸਾਰਾ ਜਗਤ ਬੇਬੇ ਨਾਨਕੀ ਕਹਿੰਦਾ। ਸਮਾਂ ਬੀਤਦਾ ਗਿਆ। ਮਹਿਤਾ ਕਾਲੂ ਜੀ ਦੇ ਘਰ ਜੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਸੱਚੇ ਪਾਤਸ਼ਾਹ ਨੇ ਆਪਣਾ ਸਵਰੂਪ ਧਾਰਨ ਕਰਕੇ ਆਉਣਾ ਹੈ, ਉਸ ਤੋਂ ਪਹਿਲਾਂ ਦਾਈ ਜਿਹੜੀ ਹੈ ਉਹ ਮਹਿਤਾ ਕਾਲੂ ਜੀ ਨੂੰ ਕਈ ਵਾਰ ਗੱਲ ਕਰਦੀ ਹੈ ਕਿ ਮੈਂ ਜਿਸ ਦਿਨ ਤੇਰੇ ਘਰ ਪੁੱਤਰ ਹੋਵੇਗਾ, ਮੈਂ ਬੜੀਆਂ ਦਾਤਾਂ ਲੈਣੀਆਂ ਨੇ, ਮੈਂ ਰੱਜ ਕੇ ਜਾਣਾ ਹੈ, ਕਿਉਂਕਿ ਸੰਸਾਰ ਦੇ ਅੰਦਰ ਕਹਿੰਦੇ ਮੈਂ ਬੜੇ ਜਿਹੜੇ ਬੱਚਿਆਂ ਨੂੰ ਜਨਮ ਦਿਵਾਇਆ, ਦਾਈ ਦਾ ਕੰਮ ਕਰਦੀ ਹਾਂ, ਪਰ ਜਦੋਂ ਸੰਸਾਰ ਦੇ ਵਿੱਚ ਵਿਚਰਦਿਆਂ ਕਹਿੰਦੇ ਜਦੋਂ ਦਾਈ ਦੇ ਪੈਸਿਆਂ ਦੀ ਗੱਲ ਆਉਂਦੀ ਹੈ ਜਾਂ ਸੂਟ ਦੀ ਗੱਲ ਆਉਂਦੀ ਹੈ ਤਾਂ ਲੋਕ ਜਿਹੜਾ ਹੱਥ ਪਛਾਣੋਂ ਕਰ ਲੈਂਦੇ। ਮੈਂ ਤਾਂ ਕਾਲੂ ਜੀ ਕਹਿਣ ਲੱਗੇ ਤੂੰ ਫਿਕਰ ਨਾ ਕਰ, ਪਰਮੇਸ਼ਵਰ ਦਇਆ ਕਰੇ, ਜਿਤਨਾ ਚਿਰ ਤੂੰ ਇਹ ਨਹੀਂ ਕਹੇਗੀ ਕਿ ਮੈਂ ਰੱਜ ਗਈ, ਉਤਨਾ ਚਿਰ ਮੈਂ ਤੈਨੂੰ ਦਾਤਾਂ ਦਿੰਦਾ ਰਵਾਂ। ਕਿਉਂਕਿ ਦਾਈਆਂ ਨੂੰ ਉਹਨਾਂ ਸਮਿਆਂ ਦੇ ਅੰਦਰ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ। ਅੱਜ ਦੇ ਸਮੇਂ ਹਸਪੀਟਲ ਇਤਆਦਿਕ ਤੇ ਨਹੀਂ ਸਨ, ਜੋ ਦਾਈਆਂ ਹੀ ਕੰਮ ਕਰਦੀਆਂ ਸਨ। ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦਾ ਜਦੋਂ ਪ੍ਰਕਾਸ਼ ਹੁੰਦਾ ਹੈ, ਉਸ ਵੇਲੇ ਦਾਈ ਨੂੰ ਘਰ ਬੁਲਾਇਆ ਜਾਂਦਾ ਹੈ। ਦਾਈ ਘਰ ਆਉਂਦੀ ਹੈ। ਇਸ ਦਾਈ ਦਾ ਨਾਂ ਇਤਿਹਾਸ ਦੇ ਅੰਦਰ ਦੌਲਤਾਂ ਲਿਖਿਆ ਹੈ। ਇਹ ਦੌਲਤਾਂ ਦਾਈ ਕਿਤਨੀ ਸੁਭਾਗ ਕਿੰਨੀ ਭਾਗ ਭਰੀ ਹੋਵੇਗੀ, ਜਿਸ ਨੂੰ
ਦੀਨ ਦੁਨੀ ਦੇ ਮਾਲਕ, ਲੋਕ ਪਰਲੋਕ ਦੇ ਸਹਾਈ, ਉਸ ਪਰਮੇਸ਼ਵਰ ਜੀ ਦੇ ਸਾਕ ਸਾਕ ਸਭ ਤੋਂ ਪਹਿਲਾਂ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੋਇਆ। ਇੱਕ ਆਪਾਂ ਸ਼ਬਦ ਪੜ੍ਹਦੇ ਹਾਂ, ਗੁਰ ਨਾਨਕ ਜਿਨ ਸੁਣਿਆ ਵੇਖਿਆ ਤੇ ਫਿਰ ਗਰਭਾਸ ਨਾ ਭਰਿਆ। ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਵੇਖਿਆ, ਜਿਨ੍ਹਾਂ ਨੇ ਸਪਰਸ਼ ਕੀਤਾ, ਇਸ ਦਾਈ ਨੂੰ ਸਭ ਤੋਂ ਪਹਿਲਾਂ ਸਪਰਸ਼ ਕਰਨ ਦਾ ਸੁਭਾਗ ਵੀ ਪ੍ਰਾਪਤ ਹੁੰਦਾ ਹੈ ਤੇ ਦਰਸ਼ਨ ਕਰਨ ਦਾ ਵੀ ਸੁਭਾਗ ਪ੍ਰਾਪਤ ਹੁੰਦਾ ਹੈ। ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੇ ਅੰਦਰ ਹੋਰ ਅਨੇਕਾਂ ਬੱਚੇ ਆਉਂਦੇ ਨੇ, ਪਰ ਬੱਚਾ ਜਿਤਨਾ ਚਿਰ ਰੋਵੇ ਨਾ, ਇਤਨਾ ਚਿਰ ਮਾਂ ਪਿਓ ਨੂੰ ਜਾਂ ਦਾਈ ਨੂੰ ਜਾਂ ਡਾਕਟਰਾਂ ਨੂੰ ਇਹ ਫਿਕਰ ਹੁੰਦਾ ਹੈ ਕਿ ਇਹ ਜਿਤਨਾ ਚਿਰ ਰੋਇਆ ਨਹੀਂ, ਇਹਦੇ ਤਾਂ ਫਿਕਰ ਪੈ ਜਾਂਦਾ ਡਾਕਟਰ। ਪਰ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਰਹੇ। ਦਾਈ ਨਿਹਾਲ ਹੋ ਗਈ। ਹੁਣ ਬਾਹਰ ਮਹਿਤਾ ਕਲਿਆਣ ਦਾਸ ਜੀ, ਉਹਨਾਂ ਨੂੰ ਵੀ ਪਤਾ ਲੱਗਿਆ ਘਰ ਦੇ ਅੰਦਰ ਪੁੱਤਰ ਹੋਇਆ ਹੈ, ਬੜੀਆਂ ਦਾਤਾਂ ਲੈ ਕੇ ਬੈਠੇ ਨੇ। ਬਾਹਰ ਆਂਦੀ ਹੈ ਦੌਲਤਾਂ, ਬਸ ਇਤਨੀ ਹੀ ਗੱਲ ਕਰ ਸਕਦੀ ਹੈ ਕਿ ਮਹਿਤਾ ਜੀ ਵਧਾਈ ਹੋਵੇ। ਹੁਣ ਮਹਿਤਾ ਕਾਲੂ ਜੀ ਕਹਿਣ ਲੱਗੇ, ਦੌਲਤਾਂ ਕਿ ਬੱਚਾ ਠੀਕ ਹੈ ਤੇ ਬੱਚੇ ਦੀ ਮਾਂ ਠੀਕ ਹੈ, ਕਿਉਂਕਿ ਦੋਨਾਂ ਦਾ ਫਿਕਰ ਹੁੰਦਾ ਹੈ। ਕਹਿੰਦੇ ਨੇ ਠੀਕ ਹੈ। ਕਹਿੰਦੇ ਫਿਰ ਤੂੰ ਇਹ ਕੀ ਤੂੰ ਮਤਲਬ ਸੋਚਿਆ, ਤੂੰ ਤਾਂ ਕਹਿੰਦੀ ਸੀ ਮੈਂ ਬੜੀ ਦਾਤਾਂ ਲੈਣੀਆਂ ਹੈ। ਦੌਲਤਾਂ ਦਾਈ ਕਹਿਣ ਲੱਗੀ, ਕਹਿੰਦੀ ਅੱਜ ਤੋਂ ਪਹਿਲਾਂ ਮੇਰੇ ਮਨ ਦੇ ਅੰਦਰ ਬੜੀਆਂ ਇੱਛਾਵਾਂ ਸਨ। ਮੈਂ ਬੜਾ ਸੋਚਦੀ ਹੁੰਦੀ ਸਾਂ ਕਿ ਮੇਰੇ ਮਾਪਿਆਂ ਨੇ ਮੇਰਾ ਨਾਂ ਦੌਲਤਾਂ ਰੱਖਿਆ ਹੈ, ਪਰ ਦੌਲਤ ਕਦੇ ਵੇਖੀ ਨਹੀਂ ਰੱਜ ਕੇ। ਪਰ ਅੱਜ ਤੋਂ ਬਾਅਦ ਮੈਨੂੰ ਇੰਝ ਲੱਗਦਾ ਹੈ ਕਿ ਮੈਨੂੰ ਕਿਸੇ ਤੋਂ ਦੌਲਤ ਮੰਗਣ ਦੀ ਲੋੜ ਨਹੀਂ ਪੈਣੀ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਪਰਸਨ ਕਰਕੇ ਇਤਨੀ ਨਿਹਾਲ ਹੋਈ। ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਉਸ ਸਮੇਂ 8 ਜਿਹੜੇ ਦੀਵੇ ਜਗ ਰਹੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਤਨਾ ਪ੍ਰਕਾਸ਼ ਹੋਇਆ ਕਿ ਉਹਨਾਂ ਦੀ ਰੋਸ਼ਨੀ ਮੱਧਮ ਪੈ ਗਈ, ਕਿਉਂਕਿ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਆਪ ਇਸ ਸੰਸਾਰ ਦੇ ਵਿੱਚ ਜਲਦੀ ਬਲਦੀ ਲੋਕਾਈ ਨੂੰ ਠਾਰਨ ਦੇ ਵਾਸਤੇ ਆਏ, ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਬਰ ਨੇ, ਸਾਰਿਆਂ ਦੇ ਸਾਂਝੇ ਰਹਿਬਰ ਨੇ। ਸਿੱਖਾਂ ਦੇ ਗੁਰੂ ਤੇ ਹੈ ਨਹੀਂ ਨੇ। ਜਦੋਂ ਭਾਈ ਸਾਹਿਬ ਭਾਈ ਗੁਰਦਾਸ ਦੀ ਵਾਰ ਦੇ ਵਿੱਚ ਆਪਾਂ ਦਰਸ਼ਨ ਕਰਦੇ ਹਾਂ ਤਾਂ ਉੱਥੇ ਲਿਖਿਆ ਜਾਹਰ ਪੀਰ ਜਗਤ ਗੁਰ ਬਾਬਾ। ਸਨਾਤਨ ਮਤ ਦੇ ਲੋਕ, ਹਿੰਦੂ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰੂ ਮੰਨਦੇ ਨੇ, ਕਿਉਂਕਿ 2 ਧਰਮ ਨੇ ਉਸ ਸਮੇਂ ਜਿਹੜੇ ਮੇਨ ਚੱਲਦੇ ਨੇ, ਸਨਾਤਨ ਤੇ ਇਸਲਾਮ। ਇਸਲਾਮ ਵਾਲੇ ਵੀ ਆਪਣਾ ਪੀਰ ਮੰਨਦੇ ਨੇ। ਜਦੋਂ ਤਿੱਬਤ ਵਾਲਿਆਂ ਨੂੰ ਪੁੱਛਦੇ ਹਾਂ ਤਾਂ ਉਹ ਕਹਿੰਦੇ ਸਾਡੇ ਨਾਨਕ ਲਾਮਾ ਜੀ ਨੇ। ਸਾਰਿਆਂ ਦੇ ਸਾਂਝੀ ਰਹਿਬਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦੇ ਵਿੱਚ ਵਿਚਰਦੇ ਨੇ ਤੇ ਉੱਥੋਂ ਦੀਆਂ ਜੀਵਨ ਦੇ ਅੰਦਰ ਬਚਪਨ ਦੇ ਵਿੱਚ ਵੀ ਬੜੀ ਘਟਨਾਵਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਦੇ ਵਿੱਚ ਹੁੰਦੀਆਂ ਨੇ। ਰਾਏ ਬੁਲਾਰ ਜਿਹੜਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਮਦ ਤੋਂ ਇਸ ਸੰਸਾਰ ਦੇ ਅੰਦਰ ਆਗਮਨ ਤੋਂ ਬੜੇ ਪ੍ਰਭਾਵਿਤ ਹੁੰਦੇ ਨੇ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਵਾਲੀ ਇਸ ਸੰਸਾਰ ਦੇ ਵਿੱਚ ਆਉਂਦੇ ਨੇ, ਉਸ ਤੋਂ ਪਹਿਲਾਂ ਰਾਏ ਬੁਲਾਰ ਦੇ ਘਰ ਔਲਾਦ ਨਹੀਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਬਾਰਕ ਉਸ ਧਰਤੀ ਤੇ ਚਰਨ ਪੈਣ ਦੇ ਨਾਲ
ਉਸ ਰਾਏ ਬੁਲਾਰ ਦੇ ਘਰ ਦੇ ਅੰਦਰ ਪੁੱਤਰ ਪੈਦਾ ਹੁੰਦਾ ਹੈ ਤੇ ਇੱਕ ਦਿਨ ਰਾਏ ਬੁਲਾਰ ਤੁਰੇ ਜਾਂਦੇ ਨੇ। ਕੀ ਵੇਖਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲੀ ਇੱਕ ਜਿਹੜੇ ਨੇ ਦਰਖਤ ਦੇ ਹੇਠਾਂ ਸੁੱਤੇ ਪਏ ਨੇ। ਦੇਖਦੇ ਨੇ ਕਿ ਹੋਰ ਦਰਖਤਾਂ ਦੀ ਜਿਹੜੀ ਛਾਂ ਹੈ ਉਹ ਢਲ ਜਾਂਦੀ ਹੈ, ਪਰ ਉਸ ਦਰਖਤ ਦੀ ਛਾਂ ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਛਾਂ ਕਰੀ। ਤੋ ਮਹਾਰਾਜ ਸੱਚੇ ਪਾਤਸ਼ਾਹ ਦੇ ਇਹੋ ਜਿਹੇ ਜਿਹੜੇ ਕੌਤਕਾਂ ਨੂੰ ਵੇਖ ਕੇ ਰਾਏ ਬੁਲਾਰ ਜੀ ਸਮਝਦਾ ਬੜਾ ਸਿਆਣਾ ਹੈ ਕਿ ਇਸ ਤੇ ਸਮੇਂ ਦਾ ਪ੍ਰਭਾਵ ਨਹੀਂ, ਇਹ ਸਮੇਂ ਦੇ ਅਧੀਨ ਨਹੀਂ ਗੁਰੂ ਨਾਨਕ ਸਾਹਿਬ। ਤਾਂ ਹੀ ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੀ ਮਹਿਤਾ ਕਾਲੂ ਜੀ ਨੂੰ ਰਾਏ ਬੁਲਾਰ ਜੀ ਕਈ ਵਾਰੀ ਕਹਿੰਦੇ ਨੇ ਕਿ ਦੇਖਿਓ ਇਹਨਾਂ ਕੋ ਝਿੜਕਿਓ ਨਾ ਕਦੇ, ਖੁਦਾ ਕੀ ਝਿੜਕ ਪੈ ਜਾਵੇਗੀ, ਕਦੇ ਨਾ ਝਿੜਕਣਾ ਇਹਨਾਂ ਨੂੰ। ਉਹ ਇਹਨਾਂ ਦੇ ਜੀਵਨ ਤੋਂ ਮਹਾਰਾਜ ਜੀ ਤੇ ਇਤਨਾ ਪ੍ਰਭਾਵਿਤ ਹੋਇਆ ਕਿ ਰਾਏ ਬੁਲਾਰ ਨੇ ਆਪਣੀ ਨਿੱਜੀ ਜਾਇਦਾਦ ਦੇ ਅੰਦਰੋਂ 757 ਮੁਰੱਬੇ ਜੋ 18,500 ਏਕੜ ਜ਼ਮੀਨ ਬਣਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਂ ਕਰ ਦਿੱਤੇ। ਉਸ ਸਮੇਂ ਇਸਲਾਮ ਦੇ ਫਕੀਰ ਵੀ ਬੜੇ ਨੇ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪ੍ਰਭਾਵਿਤ ਹੋ ਕੇ ਉਹ ਜ਼ਮੀਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਾਂ ਕਰ ਦਿੱਤੀ। ਬੇਸ਼ੱਕ ਉਸ ਤੋਂ ਉਹਨਾਂ ਤੋਂ ਬਾਅਦ ਉਸ ਜ਼ਮੀਨ ਦਾ ਉਹਨਾਂ ਦੇ ਪਰਿਵਾਰਾਂ ਵੱਲੋਂ ਬਾਅਦ 'ਚ ਮੁਕੱਦਮਾ ਵੀ ਚੱਲਦਾ ਰਿਹਾ। ਉਸ ਜ਼ਮੀਨ 'ਤੇ ਵੈਸੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਹੱਕ ਨਹੀਂ ਜਤਾਇਆ। ਉਸ ਦਾ ਜਿਹੜਾ ਸਾਲਾਨਾ ਜਿਹੜਾ ਉਸ ਸਮੇਂ ਦੇ ਜਿਹੜੇ ਸਿੱਕੇ ਜਿਹੜੇ ਚੱਲਦੇ ਸਨ 9,999 ਸਿੱਕੇ ਸਾਲਾਨਾ ਉਸ ਦੀ ਆਮਦਨੀ ਆਉਂਦੀ ਸੀ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਇੱਕ ਵੀ ਸਿੱਕਾ ਆਪਣੇ ਨਿੱਜੀ ਹਿੱਤਾਂ ਵਾਸਤੇ ਨਹੀਂ ਵਰਤੇ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਸ ਪ੍ਰਾਪਰਟੀ ਦੀ ਬਾਅਦ ਦੇ ਅੰਦਰ ਕਹਿੰਦੇ ਕੇਸ ਵੀ ਚੱਲਦਾ ਰਿਹਾ। ਸੈਸ਼ਨ ਕੋਰਟ ਦੇ ਅੰਦਰ ਕੇਸ ਚੱਲਦਾ ਹੈ, ਹਾਈ ਕੋਰਟ ਦੇ ਅੰਦਰ ਜਾਂਦਾ ਹੈ, ਸੁਪਰੀਮ ਕੋਰਟ ਦੇ ਅੰਦਰ ਵੀ ਜਾਂਦਾ ਹੈ, ਪਰ ਕੋਈ ਵੀ ਸੁਪਰੀਮ ਕੋਰਟ ਦਾ ਇੱਕ ਵਾਰੀ ਜੱਜ ਆਇਆ, ਉਸ ਨੇ ਉਸ ਇਲਾਕੇ ਦੇ ਮੋਹਤਵਾਰ ਜਿਹੜੇ ਸੱਜਣ ਬੁਲਾਏ ਤੇ ਉਹਨਾਂ ਨੂੰ ਕਿਹਾ, ਸਮਝਾਇਆ ਬੈਠ ਕੇ ਕਿ ਸੱਜਣੋ ਇਹ ਗੁਰੂ ਨਾਨਕ ਸਾਹਿਬ ਦੀ ਜ਼ਮੀਨ ਸੀ, ਗੁਰੂ ਨਾਨਕ ਸਾਹਿਬ ਦੀ ਹੈ ਤੇ ਗੁਰੂ ਨਾਨਕ ਸਾਹਿਬ ਦੀ ਰਹੇਗੀ। ਮੇਰੇ ਵਿੱਚ ਇਹ ਤਾਕਤ ਨਹੀਂ, ਬਤੌਰ ਸੁਪਰੀਮ ਕੋਰਟ ਦਾ ਜੱਜ ਹੋਣ ਦੇ ਨਾਤੇ ਵੀ ਮੈਂ ਇਹ ਜ਼ਮੀਨ ਤੁਹਾਡੇ ਨਾਂ ਤੇ ਨਹੀਂ ਕਰ ਸਕਦਾ। ਬੇਸ਼ੱਕ ਤੋਂ ਤੁਸੀਂ ਆਪਣੀ ਵਾਹੀ ਇਤਆਦ ਕਰਕੇ ਆਪਣਾ ਗੁਜ਼ਰਾਨ ਚਲਾਉਂਦੇ ਹੋ, ਚਲਾਈ ਜਾਓ, ਪਰ ਮੈਂ ਇਹ ਗੁਰੂ ਨਾਨਕ ਸਾਹਿਬ ਦੇ ਨਾਂ ਤੋਂ ਤੋੜ ਕੇ ਤੁਹਾਡੇ ਨਾਂ ਤੇ ਨਹੀਂ ਕਰ ਸਕਦਾ। ਬੜੇ ਜੀਵਨ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੜੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਅੰਤ ਰਹਿਮਤਾਂ ਵਰਤਾਈਆਂ ਸੰਸਾਰ ਦੇ ਲੋਕਾਂ, ਬੜਾ ਸਿੱਧੇ ਰਸਤੇ ਪਾਉਣ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬੜੀ ਦਇਆ ਮਾਇਆ ਕੀਤੀ, ਸੰਸਾਰ ਤੇ ਕਿਰਪਾ ਕੀਤੀ, ਰਹਿਮਤ ਕੀਤੀ। ਸੋ ਐਸੇ ਦੀਨ ਦੁਨੀ ਦੇ ਵਾਲੇ ਉਹਨਾਂ ਦਾ ਜੀਵਨ ਦੇ ਵਿੱਚ ਇਤਨੀਆਂ ਮਹਾਨਤਾਵਾਂ ਨੇ, ਇਤਨੀਆਂ ਮਹਾਰਾਜ ਦੇ ਕਿਰਪਾ ਰਹਿਮਤਾਂ ਕੀਤੀਆਂ ਹੋਈਆਂ ਨੇ, ਉਹਨਾਂ ਨੂੰ ਇੱਕ ਜੀਭਾ ਦੇ ਨਾਲ ਤੇ ਕੀ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦੇ ਮੁਤਾਬਕ ਇੱਕ ਦੂ ਜੀਭੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖਿਆ ਏਕ ਨਾਮ ਜਗਦੀਸ਼। ਕਹਿੰਦੇ ਲੱਖਾਂ ਜੀਭਾਂ ਵੀ ਹੋ ਜਾਣ ਤਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਸਿਫਤਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਐਸੇ ਮਹਾਨ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਕੋਟਾਨ ਲੱਖ ਲੱਖ ਵਧਾਈਆਂ ਹੋਣ। ਟੂਕ ਮਾਤਰ ਵਿਚਾਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਇਸ ਮਹਾਨ ਗੁਰਪੁਰਬ ਦੀ ਜੋ ਇਸ ਸੰਸਾਰ ਦੇ ਆਗਮਨ ਪੁਰਬ ਦੀ ਟੂਕ ਮਾਤਰ ਵਿਚਾਰ ਕੀਤੀ ਹੈ। ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਨਜੀਬ ਸੇਵਕ ਸਮਝ ਕੇ ਆਪ ਸੰਗਤਾਂ ਨੇ ਗਲਤੀਆਂ ਦੀ ਮੁਆਫੀ ਦੇ ਦੇਣੀ। ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਇਆ ਮਾਇਆ ਕਰਨ ਸੱਚੇ ਪਾਤਸ਼ਾਹ ਜੀ ਭੁੱਲਾਂ ਚੁੱਕਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਮੁਆਫੀ ਦੇ ਦੇ।
ਸੋ ਭੁੱਲ ਚੁੱਕ ਦੇਖੀ ਮਾਝੀ। ਇੱਥੇ ਹੀ ਫਤਿਹ ਜਾਂਦਿਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।